ਸ੍ਰੀ ਵਾਹਿਗੁਰੂ ਜੀਓ ਜੀ। ਨਾਨਕਸਰ ਘਰ ਉਹਦੀ ਕੀ ਖੁਸ਼ਬੂ ਹੈ। ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਜੀਵਨ ਦੀ ਕੀ ਖੁਸ਼ਬੂ ਹੈ। ਇਸ ਘਰ ਦੀ ਪੜ੍ਹਾਈ ਆ ਸ਼ਬਦ ਦੁਆਰਾ ਸਾਰੇ ਕਿਰਪਾ ਕਰਿਓ ਜੀ। ਗੁਰ ਮੇਰੀ ਪੂਜਾ, ਇਹ ਘਰ ਦੀ ਪੜ੍ਹਾਈ ਹੈ। ਗੁਰ ਮੇਰੀ ਪੂਜਾ, ਗੁਰ ਗੋਬਿੰਦ ਗੁਰ ਮੇਰੀ ਪੂਜਾ, ਗੁਰ ਗੋਬਿੰਦ। ਸਾਰੇ ਬੋਲੋ ਗੁਰ ਮੇਰੀ ਪੂਜਾ। ਵਾਹ ਵਾਹ, ਸਾਰੀਆਂ ਭੈਣਾਂ ਬੋਲੋ ਜੀ ਗੁਰ ਮੇਰੀ। ਗੁਰ ਸਾਰੀਆਂ ਬੀਬੀਆਂ ਗੁਰ ਮੇਰੀ। ਵਾਹ ਵਾਹ, ਗੁਰ ਗੋ ਗੁਰ ਮੇਰਾ ਪਾਰ ਬ੍ਰਹਮ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ ਗੁਰ ਮੇਰੀ ਪੂਜਾ, ਗੁਰ ਗੋਬਿੰਦ ਗੁਰ ਮੇਰੀ ਪੂਜਾ, ਗੁਰ ਗੋਬਿੰਦ। ਗੁਰ ਮੇਰਾ ਪਾਰ ਬ੍ਰਹਮ। ਸਮਝਿਓ ਕੀਰਤਨ ਕਿੱਥੇ ਸ਼ੁਰੂ ਹੋਇਆ। ਇਹ ਬਾਬਾ ਨੰਦ ਸਿੰਘ ਜੀ ਦਾ ਨਾਰਾ ਸੀ। ਨਾਰਾ ਧੰਨ ਗੁਰੂ ਨਾਨਕ ਤੂੰ ਹੀ, ਬੋਲੋ ਧੰਨ ਗੁਰੂ ਨਾਨਕ ਤੂੰ ਹੀ। ਇਹ ਸ਼ਬਦ ਦੁਆਰਾ ਉਹ ਖੁਸ਼ਬੂ ਜੋ ਬਾਬਾ ਜੀ ਨੇ ਜਗਤ ਨੂੰ ਦਿੱਤੀ। ਵੱਖਰਾ ਪਾਰ ਬ੍ਰਹਮ ਨਾ ਲੱਭੀ, ਵੱਖਰਾ ਪਰਮੇਸ਼ਰ ਨਾ ਲੱਭੀ। ਤੇਰਾ ਕਲਗੀਆਂ ਵਾਲਾ ਹੀ ਤੇਰਾ ਪਰਮੇਸ਼ਰ ਹੈ। ਤੇਰਾ ਗੁਰੂ ਨਾਨਕ ਹੀ ਤੇਰਾ ਪਰਮੇਸ਼ਰ ਹੈ। ਗੁਰ ਮੇਰਾ ਪਾਰ ਬ੍ਰਹਮ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ ਗੁਰ ਮੇਰੀ ਪੂਜਾ, ਗੁਰ ਗੋਬਿੰਦ ਬੋਲੋ ਜੀ ਗੁਰ ਮੇਰੀ ਪੂਜਾ। ਵਾਹ ਵਾਹ, ਗੁਰ ਗੋਬਿੰਦ। ਗੁਰ ਮੇਰਾ ਦੇਵ ਅਲਖ ਭੇਓ, ਸਰਬ ਪੂਜ ਚਰਨ ਗੁਰ ਸੇਆ। ਸਰਬ ਪੂਜ ਚਰਨ ਗੁਰ ਸੇਆ। ਗੁਰ ਬਿਨ ਅਵਰ ਨਾਈ ਮੈਂ ਥਾਂ। ਅਨ ਦਿਨ ਜਪੋ ਗੁਰੂ ਗੁਰ ਨਾਮ। ਅਨ ਦਿਨ ਜਪੋ ਗੁਰੂ ਗੁਰ ਨਾਮ। ਗੁਰ ਮੇਰਾ ਗਿਆਨ
ਆ ਪੜ੍ਹਾਈ ਜੇ ਨਾਨਕ ਸਰ ਦੀ। ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਣ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ। ਬੋਲੋ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਗੋਬਿੰਦ। ਗੁਰ ਬੋਹਿਥ ਤਾਰੇ ਭਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੇ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਵੱਡ ਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਗੁਰ ਕਾ ਸ਼ਬਦ ਨ ਮਿਟੇ ਕੋਏ ਗੁਰ ਕਾ ਸ਼ਬਦ ਨ ਮਿਟੇ ਕੋਏ ਗੁਰੂ ਨਾਨਕ ਨਾਨਕ ਹਰ ਸੋਏ। ਖੀਰਲੀ ਪੰਕਤੀ ਧਿਆਨ ਨਾਲ ਸੁਣਿਓ ਜੀ। ਆਮ ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਸ਼ਬਦ ਨੇ ਨਾਨਕ ਪਦ ਇੱਕ ਵਾਰੀ ਆਉਂਦਾ ਹੈ। ਇਹ ਸ਼ਬਦ 'ਚ 2 ਵਾਰੀ ਆਇਆ। ਬੜੀ ਵੱਡੀ ਸਾਨੂੰ ਸਮਝਾਉਣ ਲਈ ਇਹੀ ਬਾਬਾ ਈਸ਼ਰ ਸਿੰਘ ਬਾਬਾ ਆਨੰਦ ਸਿੰਘ ਜੀ ਦਾ ਸਾਧ ਸੰਗਤ ਢੰਡੋਰਾ ਸੀ, ਮੈਸੇਜ ਸੀ, ਸੁਣਿਓ ਪਿਆਰ ਨਾਲ। ਗੁਰ ਕਾ ਸ਼ਬਦ ਨ ਮਿਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਗੁਰ ਨਾਨਕ ਨਾਨਕ ਹਰ ਸੋਏ ਗੁਰ ਨਾਨਕ। 2 ਵਾਰੀ ਨਾਨਕ ਪਦ। ਗੁਰੂ ਨਾਨਕ ਵਿਸ਼ਰਾਮ, ਵਿਸ਼ਰਾਮ ਦੇ ਅਰਥ ਹੋ ਜਾਣਗੇ। ਗੁਰੂ ਨਾਨਕ ਵਿਸ਼ਰਾਮ, ਨਾਨਕ ਹਰ। ਓਏ ਤੇਰਾ ਗੁਰੂ ਨਾਨਕ ਹੀ ਹਰੀ ਹੈ ਤੇ ਹਰੀ ਗੁਰੂ ਨਾਨਕ ਹੈ। ਆਖੋ ਸਤਿਨਾਮ। ਗੁਰ ਨਾਨਕ ਨਾਨਕ ਹਰ ਸੋਏ ਗੁਰ ਨਾਨਕ ਨਾਨਕ ਹਰ ਸੋਏ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰੀ ਪੂਜਾ ਗੁਰ ਗੋਬਿੰਦ
ਬਾਬਾ ਈਸ਼ਰ ਸਿੰਘ ਜੀ ਉਹਨਾਂ ਦੀ ਕੀ ਅਵਸਥਾ ਸੀ ਜੀ? ਆ ਦਰਸ਼ਨ ਕਰਿਓ ਬਾਬਾ ਜੀ ਦੀ ਅਵਸਥਾ ਦੇ। ਇੱਕ ਵਾਰੀ ਵੀਰ, ਇੱਕ ਵਾਰੀ ਭੈਣਾ ਬੋਲਿਓ। ਅੰਤਰ ਗੁਰੂ ਆਰਾਧਨਾ, ਅੰਤਰ ਗੁਰੂ ਆਰਾਧਨਾ, ਅੰਤਰ ਗੁਰੂ ਆਰਾਧਨਾ, ਅੰਤਰ ਗੁਰੂ ਆਰਾਧਨਾ। ਸਾਰੀਆਂ ਭੈਣਾਂ ਅੰਤਰ। ਹਾ ਹਾ ਹਾ, ਸਾਰੇ ਗੁਰਮੁਖ ਜੀ। ਅੰਤਰ ਗੁਰੂ ਆਰਾਧਨਾ, ਅੰਤਰ ਗੁਰੂ ਆਰਾਧਨਾ। ਸਾਰੀਆਂ ਭੈਣਾਂ ਅੰਤਰ। ਅਵਸਥਾ ਸੁਣਿਓ, ਇਹ ਬਾਬਾ ਜੀ ਦੀ ਅਵਸਥਾ ਸੀ। ਅੰਤਰ ਗੁਰੂ ਆਰਾਧਨਾ, ਹਿਰਦੇ ਤੇ ਵੀ ਗੁਰੂ ਨਾਨਕ। ਜੇਵਾ ਜਪ ਗੁਰੂ ਨਾਮ, ਜੇਵਾ ਤੇ ਵੀ ਗੁਰੂ। ਨੇਤਰੀ ਸਤਿਗੁਰ ਪੇਖਣਾ, ਆ ਜਿਹੜੇ ਕਹਿੰਦੇ ਧਿਆਨ ਨਹੀਂ ਧਰਨਾ ਚਾਹੀਦਾ, ਨੇਤਰਾਂ 'ਚ ਵੀ ਗੁਰੂ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰੂ ਨਾਮ, ਕੰਨਾਂ 'ਚ ਵੀ ਗੁਰੂ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਏ ਠਾਂ। ਕੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਥ ਦੇ। ਜਗ ਮੈਂ ਉਤਮ ਕੱਢੀਐ, ਵਿਰਲੇ ਕਈ ਕੇ ਹੋਰ ਮੇਰੀ ਪੂਜਾ। ਗੋਬਿੰਦ ਹੋਰ ਮੇਰੀ ਪੂਜਾ, ਗੁਰ ਗੋਬਿੰਦ। ਆਹਾ ਵਾਹਿਗੁਰੂ 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 ਸਾਰੇ ਹਾਜ਼ਰੀ ਲਾਈ ਜਾਇਓ ਜੀ। ਸਾਜਾਂ ਨੂੰ ਵਿਸ਼ਰਾਮ ਦੇਣ ਲੱਗੇ ਆ। ਹੁਣ ਤੁਹਾਡੀ ਆਵਾਜ਼ ਵੇਖਣੀ ਹੈ। ਆ ਲਾਈਵ ਆ ਰਿਹਾ ਜੇ, ਲਾਈਵ। ਸੱਚਖੰਡ ਲੱਭਣੇ ਆ। ਵਾਹਿਗੁਰੂ 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 ਵਾਹਿਗੁਰੂ
ਮੇਰਾ ਪਰ ਬ੍ਰਹਮ, ਗੁਰ ਮੇਰਾ ਪਰ ਬ੍ਰਹਮ, ਗੁਰ ਭਗਵੰਤ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੋਬਿੰਦ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੋਬਿੰਦ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰੀਆਂ ਸੰਗਤਾਂ ਪੂਰੀ ਬੈਟਰੀ ਚਾਰਜ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਣ ਕਰਕੇ ਬਾਬਾ ਆਨੰਦ ਸਿੰਘ ਦੇ ਉਹ ਬਚਨ ਸੰਭਾਲ ਕੇ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ, ਕਿਧਰੋਂ ਵੀ ਨਹੀਂ ਪੈ ਸਕਦੀ, ਐ ਬੈਟਰੀ ਚਾਰਜ ਕਰਕੇ ਪਿਤਾ ਗੁਰੂ ਗ੍ਰੰਥ ਸਾਹਿਬ ਦੇ ਪਿਆਰ 'ਚ ਸਾਰੇ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਹੋਇਆ ਇਹ ਸਾਰਾ ਜਥਾ, ਇਹ ਮੈਂ ਅੰਦਰੋਂ ਕਹਿ ਰਿਹਾ ਜੇ, ਇੱਕ ਪੈਸਾ ਪਖੰਡ ਨਹੀਂ ਜੇ, ਇੱਕ ਹੁੰਦੇ ਗਣੇ ਮਿੱਤੇ ਲਫ਼ਜ਼ ਬੋਲ ਦਿਓ, ਅੰਦਰੋਂ ਕਹਿ ਰਿਹਾ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਇਹ ਸਾਰਾ ਜਥਾ ਬੜੂੰਦੀ ਦੀਆਂ ਤੇ ਹੋਰ ਨੇੜੇ ਦੇ ਨਗਰਾਂ ਤੋਂ ਆਈਆਂ ਸਾਰੀਆਂ ਸੰਗਤਾਂ ਦੇ ਚਰਨਾਂ ਤੇ ਇਹ ਸਾਰਾ ਜਥਾ ਮੱਥਾ ਟੇਕਦਾ ਜੀ, ਪ੍ਰਵਾਨ ਕਰਿਓ। ਇਹ ਗੁਰੂ ਦੀ ਹਜ਼ੂਰੀ 'ਚ ਕਹਿ ਰਹੇ, ਰਾਗੀ ਵੱਡਾ ਨਹੀਂ, ਕੀਰਤਨੀਆਂ ਵੱਡਾ ਨਹੀਂ, ਕਥਾਵਾਚਕ ਵੱਡਾ ਨਹੀਂ, ਪ੍ਰਚਾਰਕ ਵੱਡਾ ਨਹੀਂ, ਇੱਕ ਗੱਲ ਅੰਦਰ ਵਸਾ ਲੈਣਾ। ਕਥਾਵਾਚਕ ਪ੍ਰਚਾਰਕ ਰਾਗੀ ਵੱਡਾ ਨਹੀਂ, ਸਭ ਤੋਂ ਵੱਡੀ ਗੁਰੂ ਕੀ ਸੰਗਤ ਹੈ। ਸੰਗਤ ਮਹਾਨ ਹੈ। ਇਹ ਪੜ੍ਹਾਈਆਂ ਕਿੰਨੇ ਕਰਾਈਆਂ? ਬਾਬਾ ਆਨੰਦ ਸਿੰਘ ਜੀ ਨੇ। ਗੱਜ ਕੇ ਆਖੋ ਸਾਰੇ। ਸਭ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਫਿਰ ਰਾਗੀ, ਫਿਰ ਸੰਗਤ। ਬਾਬਾ ਜੀ ਨੇ ਸੰਗਤ ਤੋਂ ਵੀ ਨੀਵਾਂ ਬਹਿਣਾ, ਟੋਇਆ ਪੱਟ ਕੇ ਬਹਿਣਾ, ਸੰਗਤ ਤੋਂ ਵੀ ਨੀਵਾਂ। ਜੇ ਕਿਸੇ ਪੁੱਛ ਲੈਣਾ ਬਾਬਾ ਜੀ ਸੰਗਤ ਤੋਂ ਨੀਵੇਂ ਕਿਉਂ ਬਹਿੰਦੇ ਹੋ, ਤੇ ਕਹਿੰਦੇ ਮੈਂ ਅਜੇ ਸਿੱਖ ਵੀ ਨਹੀਂ ਬਣਿਆ, ਆ ਸੰਗਤ ਚੋਂ ਕਿਸੇ ਦੀ ਚਰਨ ਧੂਰ ਮੇੜੇ ਤੇ ਪੈ ਜਾਵੇ ਤੇ ਗੁਰੂ ਨਾਨਕ ਕਿਤੇ ਮੈਨੂੰ ਆਪਣਾ ਸਿੱਖ ਬਣਾ ਲਵੇ। ਸੰਗਤ ਨੂੰ ਇੰਨਾ ਮਾਣ। ਗੱਜ ਕੇ ਆਖੋ ਸਤਿ। ਇੰਨੀ ਵਡਿਆਈ। ਇਹ ਸਾਰਾ ਜਥਾ ਕੋਈ ਰਾਗੀ ਬਣ ਕੇ ਨਹੀਂ ਆਇਆ। ਸੰਗਤ ਵੱਡੀ, ਸੰਗਤ ਮਹਾਨ, ਪਾਠੀ ਸਿੰਘ ਮਹਾਨ। ਇਹ ਸਾਰਾ ਜਥਾ ਨਮਸਕਾਰ ਕਰਦਾ। ਬਾਬਾ ਧੰਨਾ ਸਿੰਘ ਜੀ ਵੱਲੋਂ ਜਿੱਥੇ ਬਾਬਾ ਈਸ਼ਰ ਸਿੰਘ ਜੀ ਦਾ ਇਹ ਮਹਾਨ ਦਿਹਾੜਾ ਬਰਸੀ ਦਾ ਹਰ ਸਾਲ ਮਨਾਇਆ ਜਾਂਦਾ ਹੈ, ਤੇ ਕੁਦਰਤੀ ਬਾਬਾ ਈਸ਼ਰ ਸਿੰਘ ਜੀ ਨੇ ਸਾਰਾ ਜੀਵਨ ਜਿਹਦੇ ਨਾਲ ਜੋੜਿਆ, ਉਹਨਾਂ ਦਾ ਨਾਂ ਲਓ ਇੱਕ ਵਾਰੀ,
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਬੋਲੋ ਵਾਹ ਵਾਹ ਗੋਬਿੰਦ ਸਿੰਘ ਆਪੇ। ਆਪੇ ਬਾਬਾ ਜੀ ਨੂੰ ਨਸ਼ਾ ਸੀ, ਨਸ਼ਾ ਬਾਜਾਂ ਦਾ। ਇਸ਼ਕ ਦਾ ਨਸ਼ਾ ਪਿਆਰ ਦਾ, ਦਿਨ ਰਾਤ ਪੰਜ ਪੰਜ ਜਗ੍ਹਾ ਅੰਮ੍ਰਿਤ ਸੰਚਾਰ, ਆਖੋ ਸਤਿਨਾਮ। ਵਾਹਿਗੁਰੂ ਤੋ ਬਾਬਾ ਈਸ਼ਰ ਸਿੰਘ ਜੀ ਨੇ ਸਾਰਾ ਜੀਵਨ ਜਿਨ੍ਹਾਂ ਨਾਲ ਜੋੜਿਆ, ਬਾਜਾਂ ਵਾਲੇ ਨਾਲ। ਬਾਬਾ ਧੰਨਾ ਸਿੰਘ ਜੀ ਦੱਸ ਰਹੇ ਸੀ ਕਿ 5 ਜਨਵਰੀ 2017 ਨੂੰ ਉਸ ਬਾਜਾਂ ਵਾਲੇ ਦਾ ਵੀ 350 ਸਾਲਾ ਆਗਮਨ ਦਿਨ ਜਿਹੜਾ ਆ ਰਿਹਾ ਹੈ। ਹਰ ਜਗ੍ਹਾ ਤੇ ਇਹ ਚੌਥੀ ਅਰਧ ਸ਼ਤਾਬਦੀ ਵੱਡੇ ਲੈਵਲ ਤੇ ਹਰ ਕੋਈ ਮਨਾ ਰਿਹਾ ਹੈ। ਤੇ ਅੱਜ ਦੇ ਦੀਵਾਨ ਵਿੱਚ ਬਾਬਾ ਈਸ਼ਰ ਸਿੰਘ ਜੀ ਦੀ ਵੀ ਬਰਸੀ, ਤੇ ਉਹ ਬਾਬਾ ਜੀ ਨੇ ਜਿਹਦੇ ਚਰਨਾਂ ਨਾਲ ਜੋੜਿਆ, ਉਹਨਾਂ ਦਾ ਆਗਮਨ ਦਿਨ। ਸਾਧ ਸੰਗਤ ਉਹ ਸ਼ਤਾਬਦੀ ਵੀ, ਆਖੋ ਸਤਿਨਾਮ। ਤੇ ਜਿਵੇਂ ਉਹਨਾਂ ਨੇ ਹੁਕਮ ਲਾਇਆ ਵੀ ਬਾਬਾ ਸੁਖਦੇਵ ਸਿੰਘ ਜੀ ਜਿਸ ਸਮੇਂ ਆ ਗਏ, 2-4 ਮਿੰਟ ਵਿੱਚ ਫਿਰ ਸਮਾਪਤੀ ਵੱਲ। ਤੇ ਅੱਜ ਦਾਸ ਦਾ ਮਨ ਨੇ ਬਹਿਣਾ ਤੇ 9:30 ਸੀ, ਥੋੜਾ ਉਹ ਗੱਡੀ ਅੱਗੇ ਪਸ਼ੂ ਆ ਗਿਆ, ਉਹਦੇ ਕਰਕੇ ਫਿਰ ਸਾਰਾ ਉੱਥੇ ਲੱਗ ਗਿਆ ਸਮਾਂ। ਤੇ ਅੱਜ ਦਾਸ ਦਾ ਮਨ ਨੇ ਕਿ ਅੱਜ ਆਪਾਂ ਬੜੂੰਦੀ ਬੈਠੇ ਬੈਠੇ, ਅੱਜ ਆਪਣਾ ਮਨ ਹੈ ਕਿ ਬੜੂੰਦੀ ਬੈਠੇ ਬੈਠੇ ਸਾਰੀ ਸੰਗਤ ਤਖਤ ਪਟਨਾ ਸਾਹਿਬ ਯਾਤਰਾ ਕਰਕੇ ਆਈਏ, ਆਖੋ ਸਤਿਨਾਮ। ਅੱਜ ਇੱਥੇ ਬੈਠੇ ਆ ਬਾਜਾਂ ਵਾਲੇ ਦੇ ਸਥਾਨ ਤੇ, ਜਿਸ ਬਾਜਾਂ ਵਾਲੇ ਦੇ ਚਰਨਾਂ ਦਾ ਨਸ਼ਾ ਸੀ ਬਾਬਾ ਈਸ਼ਰ ਸਿੰਘ ਜੀ, ਆਖੋ ਸਤਿਨਾਮ। ਨਾ ਦਿਨ ਵੇਖਿਆ ਨਾ ਰਾਤ ਵੇਖੀ। ਬਾਬਾ ਕੇਰ ਸਿੰਘ ਜੀ ਦਾ ਜਥਾ, ਹੋਰ ਜਥੇ ਉਹ ਅੱਗੇ ਤੋਰਦੇ ਨੇ। ਆਪ ਬਾਬਾ ਜੀ ਕਥਾ, ਫਿਰ ਅੰਮ੍ਰਿਤ ਸੰਚਾਰ, ਉਹ ਅਗਲੇ ਦੀਵਾਨ ਤੇ ਉਹਨਾਂ ਪਹੁੰਚਣਾ। ਬਾਜ 5-5 6-6 ਦੀਵਾਨ, 5-5 6-6 ਅੰਮ੍ਰਿਤ ਸੰਚਾਰ ਭੁਗਤਾਉਣੇ। ਐਸਾ ਨਸ਼ਾ ਪਿਆਰ ਦਾ। ਤੇ ਆਓ ਅੱਜ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਯਾਤਰਾ ਸਾਰੇ ਸੰਗਤ ਦੀ ਆ ਗਿਆ ਜੀ। ਕਰੀਏ ਯਾਤਰਾ ਬਾਬਾ ਜੀ, ਆਓ ਜੀ ਯਾਤਰਾ ਸ਼ੁਰੂ ਕਰੀਏ ਜੀ। ਸਾਰੇ ਕਿਰਪਾ ਕਰਿਓ ਜੀ, ਲੈ ਜਾਓ ਬਿਰਤੀ ਬਾਜਾਂ ਵਾਲੇ ਦਾ ਸਥਾਨ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਯਾਤਰਾ ਆਰੰਭ ਕਰੀਏ ਜੀ। ਲੈ ਜਾਓ ਬਿਰਤੀ ਪਟਨਾ ਸਾਹਿਬ। ਸਾ ਧਰਤੀ ਪਈ ਗਣਿਆਵਲੀ, ਸਾ ਧਰਤੀ ਪਈ ਹਰਿਆਵਲੀ, ਸਾ ਧਰਤੀ ਪਈ ਹਰਿਆਵਲੀ। ਬੋਲੋ ਭੈਣੋ, ਸਾ ਧਰਤੀ ਸਾ। ਵਾਹ ਵਾਹ। ਇੱਥੇ ਮੇਰਾ ਸਤਿਗੁਰ ਬੈਠਾ ਆਏ, ਮੇਰਾ ਸਤਿਗੁਰ ਬੈਠਾ ਬੋਲੋ ਭੈਣੋ, ਇੱਥੇ ਮੇਰਾ ਸੇ ਜੰਤ ਪੈ ਸੱਚਖੰਡ ਲੱਭਣਾ। ਸਾ ਧਰਤੀ ਪਈ ਹਰਿਆਵਲੀ, ਸਾ
ਸਾਰ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਕਰੋ ਯਾਤਰਾ ਆਰੰਭ। ਆਏ 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 ਜਿੱਥੇ ਜਾਏ ਬਏ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਸਾ ਧਰਤੀ ਪਈ ਹਰਿਆਵਲੀ। ਜਿੱਥੇ ਬਾਬਾ ਪੈਰ ਧਰੇ ਹੈ ਸ਼ਾਬਾਸ਼। ਜਿੱਥੇ ਬਾਬਾ ਗਮ ਪਾ ਮਗਰ ਸਾਨੀ ਸਾ। ਜਿੱਥੇ ਬਾਬਾ ਜਿੱਥੇ ਬਾਬਾ ਪੈਰ ਧਰੇ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ। ਬਾਬਾ ਪੈਰ ਧਰੇ ਬਾਬਾ ਬਾਬਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਆਪਣ ਸੋਸਾ। ਧਰਤੀ ਪਈ ਹਰਿਆਵਲੀ। ਧਰਤੀ ਪਈ ਹਰਿਆਵਲੀ। ਸਾਰੀਆਂ ਭੈਣਾਂ ਸਾ ਧਰਤੀ ਆਹਾ ਸਾ। ਸਾਰੇ ਬਿਰਤੀ ਲੈ ਜੋ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ। ਇਹ ਸਾਡੇ ਬਾਬਾ ਨੰਦ ਸਿੰਘ ਦੀ ਪੜ੍ਹਾਈ ਹੈ। ਸੁਰਤੀ ਦੀ ਹਾਜ਼ਰੀ ਵੀ ਪਹੁੰਚਦੀ ਜੇ। ਗੱਜ ਕੇ ਆਖੋ ਸਤਿਨਾਮ। ਉਹ ਵੀ ਪਹੁੰਚਦੀ। ਕੌਤਕ ਤੇ ਬੜੇ ਨੇ ਪਿਤਾ ਜੀ ਦੇ ਪਟਨਾ ਸਾਹਿਬ ਦੇ ਅਸਥਾਨ ਦੇ। ਪਰ ਇੱਕ ਕੌਤਕ ਅੱਜ ਸਾਂਝਾ। ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੁਹਾਨੂੰ ਪਤਾ ਹੈ ਪਿਤਾ ਜੀ ਦਾ ਨਾਂ ਸੀ ਗੋਬਿੰਦ ਰਾਏ। ਇਹ ਬਾਅਦ ਚ ਅੰਮ੍ਰਿਤ ਵੇਲੇ ਹੋਇਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਪਰ ਸਾਰੀ ਸੰਗਤ ਦੱਸੋ ਨਾਂ ਗੋਬਿੰਦ ਰਾਏ ਸੀ ਪਰ ਸੰਗਤ ਪਿਆਰ ਨਾਲ ਕੀ ਕਹਿੰਦੀ ਸੀ ਪਿਤਾ ਜੀ ਨੂੰ? ਬੋਲੋ ਜੀ। ਬਾਲਾ ਪ੍ਰੀਤਮ। ਫਿਰ ਆਖੋ ਬਾਲਾ ਪ੍ਰੀਤਮ। ਕੌਤਕ ਬੜੇ ਨੇ ਉੱਥੋਂ ਦੇ। ਸਾਡੇ ਪਿਤਾ ਬਾਲਾ ਪ੍ਰੀਤਮ ਬਾਲ ਅਵਸਥਾ 'ਚ ਬੜਾ ਹੀ ਕੌਤਕ। ਉਹ ਬੀਬੀਆਂ ਘੜਿਆਂ 'ਚ ਜਲ ਲੈ ਕੇ ਜਾਂਦੀਆਂ ਤੇ ਸਾਡੇ ਬਾਬੇ ਨੇ ਗਲੇਲਾ ਮਾਰ ਦੇਣਾ। ਆਖੋ ਸਤਿਨਾਮ। ਗਲੇਲਾ ਮਾਰ ਕੇ ਘੜਾ ਤੋੜ ਦੇਣਾ। ਬਾਲਾ ਪ੍ਰੀਤਮ ਜੀ ਛੋਟੀ ਜੀ ਉਮਰ। ਉਹਨਾਂ ਲਾਂਭਾ ਲੈ ਕੇ ਆ ਜਾਣਾ ਮਾਤਾ ਗੁਜਰੀ ਜੀ ਕੋਲ। ਆ ਵੇਖੋ ਜੀ ਤੁਹਾਡੇ ਬਾਲਾ ਪ੍ਰੀਤਮ ਨੇ ਸਾਡਾ ਘੜਾ ਤੋੜਤਾ। ਮਾਤਾ ਜੀ ਨੇ ਨਾ ਕਹਿਣਾ
ਬੇਟਾ ਕਿਉਂ ਘੜਾ ਤੋੜਿਆ, ਕਿਉਂ ਗਲੇਲਾ ਮਾਰਦੇ ਹੋ, ਕਿਉਂ ਘੜਾ ਤੋੜਦੇ ਹੋ? ਤੇ ਸਾਡੇ ਬਾਲਾ ਪ੍ਰੀਤਮ ਪਿਤਾ ਜੀ ਨੇ ਨਾ ਤੋਤਲੀ ਜ਼ਬਾਨ 'ਚ ਪਿਆਰ ਨਾਲ ਕਹਿਣਾ, ਮੈਂ ਤੇ ਇਹਨਾਂ ਦਾ ਭਲਾ ਕਰਦਾ, ਆਖੋ ਸੱਤ, ਮੈਂ ਤੇ ਇਹਨਾਂ ਦਾ ਭਲਾ ਕਰਦਾ। ਤੇ ਮਾਤਾ ਜੀ ਨੇ ਕਹਿਣਾ, ਮਾਤਾ ਗੁਜਰੀ ਜੀ ਨੇ, ਉਹ ਘੜੇ ਨੂੰ ਗਲੇਲਾ ਮਾਰਿਆ, ਉਹ ਪਾਣੀ ਘਰ ਲਿਜਾ ਰਹੀ ਆ, ਵੀ ਇਹਦੇ 'ਚ ਕੀ ਭਲਾ? ਉਹ ਗਲੇਲਾ ਮਾਰ ਕੇ ਘੜਾ ਤੋੜਨ 'ਚ ਤੇ ਤੋਤਲੀ ਜ਼ਬਾਨ 'ਚ ਕਹਿਣਾ, ਮਾਤਾ ਜੀ ਇਹਨਾਂ ਦੇ ਘੜੇ 'ਚ ਜਿਹੜਾ ਪਾਣੀ ਸੀ ਉਹਦੇ ਵਿੱਚ ਸੱਪ ਸੀ ਛੋਟਾ ਜਿਹਾ। ਉਹ ਗੱਲ ਦੀ ਰਮਜ ਬਾਅਦ 'ਚ ਖੁੱਲਦੀ ਸੀ, ਆਖੋ ਸਤਿਨਾਮ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਬੜਾ ਹੀ ਕੌਤਕ ਨੇ। ਆ ਇੱਕ ਮਾਈ ਸੂਤ ਕੱਤਦੀ ਸੀ, ਸੂਤ, ਸਾਡੇ ਬਾਬਾ ਜੀ ਉਹਦਾ ਸੂਤ ਖਲੇਰ ਆਉਂਦੇ ਸੀ, ਆਖੋ ਉਹਨੇ ਕਲਪਨਾ ਵੀ ਮੈਂ ਐਡਾ ਸੂਤ ਕੱਤਦੀ ਹਾਂ, ਮੇਰਾ ਸੂਤ ਖਲੇਰ। ਤੇ ਉਹ ਵੀ ਬੜਾ ਪਿਆਰਾ ਕੌਤਕ ਹੈ, ਉਸ ਮਾਈ ਦੇ ਅੰਦਰ ਨਾਮ ਦੀ ਰੋਹ ਕਿਵੇਂ ਚਲਾਈ। ਮੈਂ ਚਲੋ ਬਹੁਤ ਮਤਲਬ ਉੱਥੇ ਬਾਬਾ ਜੀ ਦੇ ਬਹੁਤ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੋਜ ਨੇ। ਤੇ ਇੱਕ ਚੋਜ ਅੱਜ ਮਹਾਰਾਜ ਸਾਂਝਾ ਕਰਾਉਣ ਤੁਹਾਡੇ ਨਾਲ। ਪਟਨਾ ਸਾਹਿਬ ਇੱਕ ਸ਼ਾਹੂਕਾਰ ਨੇ ਬੇੜਾ ਬਣਾਇਆ, 7-8 ਬੇੜੇ ਉਹਦੇ ਪਹਿਲੇ ਵੀ ਸੀ। ਆਪਣੀ ਕਿਰਤ ਵਾਸਤੇ ਬੇੜਾ ਬਣਾਇਆ। ਇਹ ਤੁਹਾਡੇ ਚੋਂ ਜਿਹੜੇ ਪਟਨਾ ਸਾਹਿਬ ਗਏ ਹੁਣ ਵੀ ਪੰਡਿਤ ਸ਼ਿਵ ਦੱਤ ਦਾ ਮੈਂ ਗਿਆ, ਉਹਦੇ ਕੋਲ ਗੰਗਾ ਵਗਦੀ ਜੀ, ਹੁਣ ਵੀ ਉੱਥੇ ਬੇੜੇ ਸੰਗਲੀ ਨਾਲ ਬੰਨੇ ਹੁੰਦੇ, ਉਹਨਾਂ ਦੀ ਕਿਰਤ ਦੇ ਵਿੱਚ। ਜੇ ਕਿਸੇ ਮੁਸਾਫਰ ਨੇ ਜਾਣਾ ਮਾਇਆ ਲੈਂਦੇ, ਉਹਨਾਂ ਦੀ ਕਿਰਤ ਹੈ, ਗੰਗਾ ਕੋਲ ਵਗਦੀ ਹੈ। ਤੇ ਉਹ ਸ਼ਾਹੂਕਾਰ ਦੇ 7-8 ਬੇੜੇ ਪਹਿਲੇ ਸੀ ਤੇ ਇੱਕ ਨਵਾਂ ਬੇੜਾ ਬਣਾਇਆ। ਇੱਕ ਹਫ਼ਤਾ ਹੋ ਗਿਆ ਨਵੇਂ ਬੇੜੇ ਨੂੰ ਆਏ ਤੇ ਬੇੜਾ ਸ਼ੁਰੂ ਹੀ ਨਾ ਕਰੇ। ਉਸ ਸ਼ਾਹੂਕਾਰ ਦੀ ਘਰਵਾਲੀ ਕਹਿੰਦੀ ਹੈ, ਆ ਬੇੜਾ ਸ਼ੁਰੂ ਕਿਉਂ ਨਹੀਂ ਕਰਦੇ? 7 ਦਿਨ ਹੋ ਗਏ ਬਣ ਕੇ ਆਇਆ, ਇਹਨੂੰ ਸ਼ੁਰੂ ਕਰੋ, ਕਮਾਈ ਆਣੀ ਸ਼ੁਰੂ ਹੋਵੇ। ਉਹ ਅੱਗੋਂ ਸ਼ਾਹੂਕਾਰ ਕੀ ਕਹਿੰਦਾ, ਇਹ ਸੰਗਤ ਜੀ ਜਿਹੜਾ ਧਿਆਨ ਨਾਲ ਸੁਣਿਓ, ਇਹ ਬਾਬੇ ਨੰਦ ਸਿੰਘ ਦੀ ਪੜ੍ਹਾਈ ਆਉਣ ਲੱਗੀ ਜੀ। ਉਹ ਘਰ ਵਾਲੀ ਕਹਿੰਦੀ ਬੇੜਾ ਸ਼ੁਰੂ ਕਿਉਂ ਨਹੀਂ ਕਰਦੇ? ਤੇ ਅੱਗੋਂ ਸ਼ਾਹੂਕਾਰ ਕਹਿੰਦਾ, ਭਾਗਾਂ ਵਾਲੀਏ, ਮੈਂ ਤਦ ਤੱਕ ਬੇੜਾ ਸ਼ੁਰੂ ਨਹੀਂ ਕਰਨਾ ਜਦ ਤੱਕ ਮੇਰੇ ਬਾਲਾ ਪ੍ਰੀਤਮ ਦੇ ਮੇਰੇ ਬੇੜੇ ਵਿੱਚ ਚਰਨ ਨਾ ਪੈ ਜਾਣ। ਹਾਏ ਹਾਏ ਹਾਏ, ਗੱਜ ਕੇ ਆਖੋ ਸਤਿਨਾਮ। ਜਦ ਤੱਕ ਉਹਨਾਂ ਦੇ ਚਰਨ ਨਾ ਪੈ ਜਾਣ ਮੈਂ ਬੇੜਾ ਸ਼ੁਰੂ ਨਹੀਂ ਕਰਨਾ। ਮੈਂ ਮਾਤਾ ਗੁਜਰੀ ਜੀ ਕੋਲੋਂ ਸਮਾਂ ਮੰਗਦਾ ਪਿਆ, ਉਹਨਾਂ ਮੈਨੂੰ ਅੱਜ ਕੱਲ੍ਹ 'ਚ ਸਮਾਂ ਦੇ ਦੇਣਾ। ਹੁਣ ਜਰਾ ਸੁਣਿਓ ਬੀਬੀਓ, ਗੁੱਸਾ ਨਾ ਕਰਿਓ, ਥੋੜੀ ਘਰ ਵਾਲੀ ਡਾਢੀ ਸੀ, ਆਖੋ ਸਤਿਨਾਮ, ਮਾੜਾ ਕੰਮ ਤੇਜ਼ ਸੀ। ਉਹਨੇ ਅੱਗੋਂ ਕੀ ਕਿਹਾ, ਕਹਿੰਦੀ ਉਹ ਹੁਣ 10 ਦਿਨ ਸਮਾਂ ਨਹੀਂ ਦੇਣਗੇ ਤੇ ਫਿਰ ਆ ਬੇੜਾ 10 ਦਿਨ ਹੁਣ ਖੜਾ ਰੱਖੋਗੇ, ਕਾਰੋਬਾਰ ਸ਼ੁਰੂ ਹੀ ਨਹੀਂ ਕਰੋਗੇ। ਮੈਂ ਕਹਿੰਦਾ ਲਫ਼ਜ਼ ਹੀ ਸੁਣਿਓ ਸ਼ਾਹੂਕਾਰ ਦੇ ਜਿਹੜੇ ਇਤਿਹਾਸਕਾਰਾਂ ਲਿਖੇ ਆ। ਉਹ ਕਹਿੰਦੀ 10 ਦਿਨ ਸਮਾਂ ਨਹੀਂ ਦੇਣਗੇ ਬਾਲਾ ਪ੍ਰੀਤ ਨੂੰ, ਤੇ ਹੁਣ 10 ਦਿਨ ਬੇੜਾ ਸ਼ੁਰੂ ਨਹੀਂ ਕਰੋਗੇ। ਅੱਗੋਂ ਕੀ ਕਹਿੰਦਾ, ਕਹਿੰਦਾ ਭਾਗਾਂ ਵਾਲੀਏ, ਮੇਰੇ ਦਿਲ ਨੂੰ ਪੁੱਛ ਕੇ ਵੇਖ, ਤੂੰ ਕਹਿੰਦੀ 10 ਦਿਨ 15 ਦਿਨ ਸਮਾਂ ਨਹੀਂ ਦੇਣਗੇ ਤੇ ਬੇੜਾ ਨਹੀਂ ਸ਼ੁਰੂ ਕਰਨਗੇ। ਉਹ ਭੋਲੀਏ, ਇਹ ਬੇੜਾ ਮੈਨੂੰ ਤਦ ਤੱਕ ਸੁੱਖ ਨਹੀਂ ਦੇ ਸਕਦਾ ਜਦ ਤੱਕ ਉਹਨਾਂ ਦੇ ਚਰਨ ਨਾ ਪੈ ਜਾਣ। ਆ ਮੁਹੱਬਤ ਏ। ਮੈਨੂੰ ਬਾਬਾ ਧੰਨਾ ਸਿੰਘ ਜੀ ਨੇ ਸਮੱਤ ਦਿੱਤੀ ਹੈ, ਜਾਂ ਸਮਝ ਲਓ ਵਿਚਾਰ ਦਿੱਤੀ ਹੈ, ਕਿ ਐਡੇ ਐਡੇ ਕੀਰਤਨ ਦਰਬਾਰਾਂ ਦੀ, ਬਰਸੀ ਦੇ ਸਮਾਗਮਾਂ ਦੀ ਆਊਟਪੁੱਟ ਬਾਹਰ ਆਉਣੀ ਚਾਹੀਦੀ, ਨਿਚੋੜ ਬਾਹਰ ਆਉਣਾ ਚਾਹੀਦਾ। ਤੇ ਇਹ ਸਾਰੀ ਸੰਗਤ ਨੂੰ 1 ਮਿੰਟ ਲਈ ਬੇਨਤੀ ਹੈ ਵੀ ਆਊਟਪੁੱਟ ਬਾਹਰ ਲਿਆਓ। ਉਹ ਸ਼ਾਹੂਕਾਰ ਦਾ ਇਹ ਗੁਣ
ਨਵਾਂ ਬੇੜਾ ਲਿਆ, ਪਰ ਜਦ ਤੱਕ ਚਰਨ ਨਹੀਂ ਗੁਰੂ ਦੀ ਹਾਜ਼ਰੀ ਸ਼ੁਰੂ ਨਹੀਂ ਕਰਦਾ। ਇਹ ਸਾਰੀ ਸੰਗਤ 1 ਮਿੰਟ ਵਾਸਤੇ ਆਊਟਪੁੱਟ ਬਾਹਰ ਲਿਆਓ ਕਿ ਸਾਡੇ 'ਚ ਵੀ ਇਹ ਗੁਣ ਹੈਗਾ ਕਿ ਨਹੀਂ। ਕੋਈ ਨਵੀਂ ਚੀਜ਼ ਤੁਸੀਂ ਵੀ ਲਓ, ਉਹਨੂੰ ਤਦ ਤੱਕ ਸ਼ੁਰੂ ਨਾ ਕਰਿਆ ਕਰੋ ਜਦ ਤੱਕ ਗੁਰੂ ਦੇ ਚਰਨਾਂ 'ਚ ਉਹਦੀ ਹਾਜ਼ਰੀ ਨਾ ਲੱਗ ਜਾਏ। ਅਸਲੀ ਕੀਰਤਨ ਦਰਬਾਰ ਦੇ ਫਿਰ ਆ ਲੈ। ਆ ਜਲੰਧਰ ਦੇ ਕੋਲ, ਤੁਹਾਡੇ ਕੋਲ ਹੀ ਹੈ ਜਲੰਧਰ, ਉੱਥੇ ਕਿਸੇ ਕਾਰ ਲਈ, ਕਾਰ ਪਤਾ ਨਹੀਂ ਸੋਮਵਾਰ ਲਈ ਕਿ ਮੰਗਲਵਾਰ, ਤੇ ਐਤਵਾਰ ਆ ਗਿਆ ਜੀ। ਕਾਰ ਘਰ ਅੰਦਰ ਰੱਖੀ, ਬਾਹਰ ਲੋਹੇ ਦਾ ਗੇਟ, ਕਾਰ ਵਿਹੜੇ 'ਚ ਲਾਈ, ਤੇ ਐਤਵਾਰ ਆ ਗਿਆ ਤੇ ਆ ਕੁੜਤਾ ਫੜ ਕੇ ਨਾ, ਬੱਚੇ ਕੁੜਤਾ ਪਿਓ ਦਾ, ਤੇ ਕੁੜਤਾ ਫੜ ਕੇ ਕਹਿੰਦੇ ਵੀ ਪਾਪਾ ਅੱਜ ਨਾਨਕੇ ਜਾਣਾ, ਕਾਰ 'ਚ ਬਹਿ ਕੇ। ਆਖੋ ਸਤ। ਉੱਥੇ ਸ਼ਹਿਰ 'ਚ ਹੀ ਸੀ ਕਿਤੇ, ਤੇ ਵੋਟੀ ਕਹਿਣ ਦੀ, ਕਹਿੰਦੀ ਅੱਜ ਪੇਕੇ ਜਾਣਾ ਮੈਂ, ਬੱਚਿਆਂ ਦੇ ਨਾਨਕੇ ਹੋ ਗਏ, ਉਹਦੇ ਪੇਕੇ ਕਾਰ ਦੇ। ਸੁਣਿਓ ਪਿਆਰ ਨਾਲ, ਇਹ ਬੀਤੀ। ਉਹ ਗੁਰਮੁਖ ਪਿਆਰਾ ਆਪਣੀ ਵੋਟੀ ਨੂੰ ਤੇ ਬੱਚਿਆਂ ਨੂੰ ਹੱਥ ਜੋੜ ਕੇ ਕੀ ਕਹਿੰਦਾ, ਕਹਿੰਦਾ ਤੁਹਾਡੇ ਲਈ ਲਈਏ। ਹਜ਼ਾਰਾਂ ਵਾਰੀ ਨਾਨਕੇ ਜਾਓ, ਤੂੰ ਪੇਕੇ ਜਾ, ਜਿੱਥੇ ਕਹੇਗੀ ਮਰਜ਼ੀ ਜਾ, ਪਰ ਅੱਜ ਨਹੀਂ ਮੈਂ ਖੜ ਸਕਦਾ। ਆਖੋ ਸਤਿਨਾਮ। ਉਹ ਕਹਿੰਦੀ ਸੋਮ ਮੰਗਲ ਦੀ ਕਾਰ ਆਈ ਹੈ, ਅੱਜ ਐਤਵਾਰ ਆ ਗਏ, ਵੀ ਅੱਜ ਕਿਉਂ ਨਹੀਂ ਲਿਜਾ ਸਕਦੇ। ਕਹਿੰਦਾ ਭਾਗਾਂ ਲਈ ਤੇਰੇ ਲਈ ਲਈ ਹੈ, ਬੱਚਿਓ ਤੁਹਾਡੇ ਲਈ ਲਈ ਹੈ, ਤੁਹਾਨੂੰ ਹੀ ਪਾਣਾ, ਜਿੱਥੇ ਮਰਜ਼ੀ ਜਾਇਓ, ਪਰ ਅੱਜ ਨਹੀਂ ਮੈਂ ਲਿਜਾ ਸਕਦਾ ਨਾਨਕੇ। ਵੀ ਉਹ ਕਿਉਂ? ਕਹਿੰਦਾ ਮੈਂ ਜਲੰਧਰ 'ਚ 5 ਪਿਆਰੇ ਨੇ, ਅੰਮ੍ਰਿਤ ਛਕਾਉਣ ਵਾਲਾ ਜਥਾ ਹੈ, ਮੈਂ ਉਹਨਾਂ ਕੋਲੋਂ ਸਮਾਂ ਮੰਗਦਾ ਪਿਆ। ਮੇਰੇ ਮਨ ਦੀ ਰੀਝ ਹੈ ਮੇਰੀ ਨਵੀਂ ਕਾਰ ਪਰਿਵਾਰ ਵਾਸਤੇ ਬਾਅਦ ਵਿੱਚ ਸ਼ੁਰੂ ਹੋਵੇ, ਪਹਿਲੇ ਗੁਰੂ ਗੋਬਿੰਦ ਸਿੰਘ ਦੇ 5 ਪਿਆਰੇ ਮੇਰੀ ਕਾਰ 'ਚ ਬੈਠਣ, ਤੇ ਮੈਂ ਜਲੰਧਰ ਤੋਂ ਉਹਨਾਂ 5 ਪਿਆਰਿਆਂ ਨੂੰ ਗੁਰੂ ਰਾਮਦਾਸ ਦੇ ਘਰ ਦੇ ਦਰਸ਼ਨ ਕਰਵਾ ਕੇ ਲਿਆਵਾਂ। ਆ ਮੁਹੱਬਤ ਹੈ, ਆ ਇਸ਼ਕ ਹੈ ਕਿ ਪਹਿਲੇ 5 ਪਿਆਰਿਆਂ ਨੂੰ ਗੁਰੂ ਰਾਮਦਾਸ ਦੇ ਘਰ ਦਰਸ਼ਨ ਕਰਾ ਕੇ ਲਿਆਵਾਂ, ਤੇ ਫਿਰ ਉਹ 5 ਪਿਆਰਿਆਂ ਨੂੰ ਜਲੰਧਰ ਵਾਪਸ ਲਿਆ ਕੇ ਇਕੱਲੇ ਇਕੱਲੇ ਨੂੰ ਘਰ ਛੱਡ ਕੇ ਆਵਾਂ, ਫਿਰ ਪਰਿਵਾਰ ਲਈ ਵਰਤਾਂ। ਐਸ ਜਿੰਨੀ ਸੰਗਤ ਬੈਠੀ ਜੇ, ਮੈਂ ਪਿਓ ਦੀ ਝੋਰੀ 'ਚ ਕਹਿਣਾ, ਜਿੱਥੇ ਇਹੋ ਜਿਹਾ ਪਿਆਰ ਆ ਜਾਏਗਾ ਨਾ, ਉੱਥੇ ਕਰਮਾਂ 'ਚ ਲਿਖਿਆ ਵੀ ਹੋਏਗਾ ਨਾ ਕਾਰ ਦਾ ਐਕਸੀਡੈਂਟ ਹੋਣਾ ਤੇ ਬਾਜਾਂ ਵਾਲੇ ਨੂੰ ਸੂਲੀ ਦਾ ਕੰਡਾ ਕਰਨਾ ਪਏਗਾ। ਜਿੱਥੇ ਆ ਗੁਰੂ 1 ਨੰਬਰ ਤੇ ਹੋਊ। ਆਖੋ ਸਤਿਨਾਮ। ਇਹ ਜਿੰਨੀਆਂ ਸੰਗਤਾਂ, ਇਹ ਆਊਟਪੁੱਟ ਬਾਹਰ ਲਿਆਓ। ਇਹ ਸਾਖੀ ਦਾ ਹੋਰ ਮਤਲਬ ਨਹੀਂ ਹੁੰਦਾ। ਉਹ ਸ਼ੌਕਾਰ ਬੇੜਾ ਨਹੀਂ ਸ਼ੁਰੂ ਕਰਦਾ ਜਦ ਤੱਕ ਬਾਲਾ ਪ੍ਰੀਤਮ ਚਰਨ ਨਾ ਪੈਣ। ਇਹ ਜਿੰਨੀਆਂ ਸੰਗਤਾਂ ਪ੍ਰੇਰਨਾ, ਤੁਸੀਂ ਕੋਈ ਨਵੀਂ ਚੀਜ਼ ਲਓ ਤੇ ਪਹਿਲੇ ਹਾਜ਼ਰੀ। ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਕਿਤੇ ਦਿਮਾਗ 'ਚ ਕਾਰ ਹੀ ਨਾ ਰਹਿ ਜੇ, ਬੇੜਾ ਹੀ ਨਾ ਰਹਿ ਜੇ, ਕੋਈ ਚੀਜ਼। ਆ ਬੀਬੀਓ ਸੂਟ ਹੀ ਹੈ ਨਾ, ਆ ਤੁਹਾਡਾ ਸੂਟ ਹੈ ਨਾ, ਭਾਵੇਂ 400 ਦਾ, 500 ਦਾ, 300 ਦਾ, 700 ਦਾ। ਅੱਜ ਦੇ ਸਤਸੰਗ 'ਚ ਬਾਬਾ ਈਸ਼ਰ ਸਿੰਘ ਜੀ ਬੜੇ ਖੁਸ਼ ਹੋਣਗੇ। ਬੀਬੀਓ ਆ ਸੂਟ ਹੀ ਨਵਾਂ ਲਿਆ ਨਾ, ਤੇ ਸੀ ਕੇ ਆ ਗਿਆ, ਤੇ ਰੱਖ ਦਿਓ ਸੂਟ। ਉਹਨੂੰ ਤਦ ਤੱਕ ਨਹੀਂ ਪਾਣਾ ਜਦ ਤੱਕ ਉਹ ਸੂਟ ਦੇ ਉੱਤੇ 1 ਪਾਠ ਜਪਜੀ ਸਾਹਿਬ ਦਾ ਪੜ੍ਹ ਕੇ ਹਾਜ਼ਰੀ ਨਹੀਂ ਲਾ ਲਈ। ਉਹ ਤੁਸੀਂ 1 ਪਾਠ ਜਪਜੀ ਸਾਹਿਬ ਕਰਕੇ ਨਾ ਇੰਨਾ ਹੀ ਕਹਿ ਦਿਓ, ਸਤਿਗੁਰੂ ਸ਼ੁਕਰ ਏ ਨਵੇਂ ਬਸਤਰ ਬਖਸ਼ੇ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਤੁਹਾਡਾ ਸੂਟ ਵੀ ਅੰਮ੍ਰਿਤ ਬਣ ਜਾਏਗਾ। ਤੁਸੀਂ ਉਹਨੂੰ ਵਿੱਚ ਉਹਦੀ ਯਾਦ ਲੈਣ ਦੀ। ਔਰ ਇਹ ਗੱਲ ਕੋਈ ਗੁਰਗੋਬਿੰਦ ਸਿੰਘ ਕਹਿ ਰਿਹਾ ਨਹੀਂ, ਅੱਜ ਜਿਨ੍ਹਾਂ ਨੂੰ ਨਮਸਕਾਰ ਕਰਕੇ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਨੂੰ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਤੁਸੀਂ ਇੱਕ ਸੂਟ ਹੀ ਨਵਾਂ ਲਿਆ, ਤੁਸੀਂ ਨਹੀਂ ਹਾਜ਼ਰੀ ਲਾਈ, ਨਵਾਂ ਸੂਟ ਆਇਆ ਤੇ ਤੁਸੀਂ ਪਾ ਲਿਆ, ਇਹਨੂੰ ਕੋਈ ਫੀਲ ਨਾ ਕਰੇ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਜੀ, ਨਾਮ ਬਿਨਾ ਜੋ ਪਹਿਰੇ ਖਾਏ, ਬੋਲੋ ਸਾਰੇ, ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੈਂ ਪਾਏ। ਹੁਣ ਤੁਸੀਂ ਅੱਜ ਕਥਾ ਸੁਣੀ ਹੈ ਤੇ ਤੁਸੀਂ ਅੱਜ ਤੋਂ ਬਾਅਦ ਸੁਭਾਅ ਬਣਾ ਲਿਆ ਕਿ ਮੈਂ ਨਵਾਂ ਬਸਤਰ ਵੀ ਕੋਈ ਸੀਵ ਕੇ ਆਇਆ, ਉਹਨੂੰ 1 ਪਾਠ ਜਪਜੀ ਸਾਹਿਬ ਪੜ੍ਹ ਕੇ ਫੇਰ ਪਾਉਣਾ। ਤੇ ਗੁਰੂ ਗ੍ਰੰਥ ਸਾਹਿਬ ਫਿਰ ਪਤਾ ਤੁਹਾਨੂੰ ਕੀ ਕਹਿਣਗੇ, ਤਿਨ ਕਾ ਖਾਦਾ ਪੈਦਾ ਸਭ ਪਵਿੱਤ ਹੈ। ਕਹਿ ਦਿਓ ਗੱਜ ਕੇ ਸਤਿਨਾਮ।
ਤਿਨਕਾ ਖਾਦਾ ਪੈਦਾ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਉਹਨਾਂ ਦਾ ਪਹਿਨਣਾ ਵੀ ਤੇ ਖਾਣਾ ਵੀ ਪਵਿੱਤਰ ਹੋ ਜਾਂਦਾ ਹੈ, ਜਿਹੜੇ ਸਾਧ ਸੰਗਤ ਨਾਮ ਦੀ ਹਾਜ਼ਰੀ ਲਾ ਲੈਣ। ਗੱਜ ਕੇ ਆਖੋ ਸਤਿਨਾਮ। ਇਹ ਜਿੰਨੀ ਸੰਗਤ ਬੈਠੇ ਜੇ ਪਿਆਰ ਵਿੱਚ, ਸਾਖੀ ਦੀ ਆਊਟਪੁੱਟ ਬਾਹਰ ਲਿਆਉਣੀ। ਫ੍ਰਿਜ ਨਵਾਂ ਲਓ, LCD ਨਵੀਂ ਲਓ, ਕੋਈ TV ਨਵਾਂ ਲਓ, ਕੋਈ ਚੀਜ਼ ਨਵੀਂ ਲਓ, ਉਹਨੂੰ ਤਦ ਤੱਕ ਨਾ ਸ਼ੁਰੂ ਕਰੋ ਜਦ ਤੱਕ ਕਿਸੇ ਰੂਪ 'ਚ ਹਾਜ਼ਰੀ ਨਹੀਂ ਲੱਗ ਗਈ। ਗੱਜ ਕੇ ਆਖੋ ਸਤਿਨਾਮ। ਕਿਸੇ ਰੂਪ 'ਚ ਗੁਰਬਾਣੀ ਦੀ ਉਹਦੀ ਹਾਜ਼ਰੀ ਨਹੀਂ ਲਾਈ, ਉਸ ਤੋਂ ਬਾਅਦ ਆਰੰਭ ਕਰਨਾ। ਆ ਇਹਨੂੰ ਇੱਕ ਮਿੰਟ ਬਾਣੀ 'ਚੋਂ ਪੜ੍ਹ ਲਓ ਕਿ ਬਾਬਾ ਜੀ ਮਿਹਰ ਕਰਨ। ਇਹ ਜ਼ਰੂਰ ਸਾਖੀ ਦੇ ਜਿਹੜੇ ਅੰਸ਼ ਨੇ ਨਾ ਨਿਚੋੜ। ਆਓ ਜੀ, ਇੱਕ ਵਾਰੀ ਵੀਰ ਪੜਿਓ, ਇੱਕ ਵਾਰੀ ਭੈਣਾਂ ਪੜਿਓ, ਸਾਰੀਆਂ ਜੀ। ਸਤਿਗੁਰ ਆਗੂ ਜਾਣੀਏ, ਸਤਿਗੁਰ ਆਗੂ ਜਾਣੀਏ, ਸਤਿਗੁਰ ਆਗੂ ਜਾਣੀਏ, ਸਤਿਗੁਰ ਆਗੂ ਜਾਣੀਏ। ਬੋਲੋ ਭੈਣੋ, ਸਤਿਗੁਰ। ਬੜਾ ਟਾਈਮ ਬਚਾਨੇ ਆ ਤੇ ਸਾਖੀ ਵਿੱਚ ਨਾ ਰਹਿ ਜੇ। ਇਹ ਭਾਈ ਗੁਰਦਾਸ ਜੀ ਦੀ ਵਾਰ ਸੀ, ਗੁਰੂ ਨੂੰ ਆਗੂ ਬਣਾ, ਗੁਰੂ ਨੂੰ ਇੱਕ ਨੰਬਰ ਤੇ ਰੱਖਿਆ ਕਰ। ਕੋਈ ਚੀਜ਼ ਨਵੀਂ ਲੈ, ਪਹਿਲੇ ਗੁਰੂ ਦੀ ਹਾਜ਼ਰੀ। ਮੇਰੀ ਗੱਲ ਨੂੰ ਪਤਾ ਨਹੀਂ ਤੁਸੀਂ ਸਮਝ ਪਾ ਰਹੇ ਹੋ ਕਿ ਨਹੀਂ ਮੈਂ ਕੀ ਕਹਿਣਾ ਚਾਹ ਰਿਹਾ। ਦਾਸ ਨੂੰ ਨਾ ਪਿੰਡਾਂ 'ਚ ਬਹੁਤ ਵਿਚਰਨਾ ਪੈਂਦਾ, ਪਿੰਡਾਂ ਵਿੱਚ, ਕਿਉਂਕਿ ਮੈਂ ਇੱਕ ਨਾਂ ਲੈਣ ਲੱਗਾ, ਬੋਲਿਓ ਨਾਂ ਬਾਬਾ ਦੀਪ ਸਿੰਘ ਜੀ ਦਾ, ਬੋਲਿਓ ਪਿਆਰ ਨਾਲ। ਬੜੇ ਮਹਾਨ ਸ਼ਹੀਦ ਹੋਏ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਹੋਰ ਨਾਂ ਲਓ, ਭਾਈ ਤਾਰੂ ਸਿੰਘ ਜੀ ਦਾ, ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ। ਇਹ ਦੋਵੇਂ ਮਹਾਨ ਸ਼ਹੀਦਾਂ ਦੇ ਜਨਮ ਸਥਾਨਾਂ ਦੀ ਸੇਵਾ ਬਾਬਾ ਜੀ ਨੇ ਝੋਲੀ 'ਚ ਪਾਈ ਹੈ, ਕਾਰ ਸੇਵਾ, ਦੋਵੇਂ ਮਹਾਨ ਸ਼ਹੀਦਾਂ ਦੇ। ਇਹ ਦੋਵੇਂ ਸਥਾਨ ਪਿੰਡਾਂ 'ਚ ਨੇ। ਆ ਪਾਕਿਸਤਾਨ ਦੇ ਬਾਰਡਰ ਦੇ ਕੋਲ ਭਿੱਖੀ ਵਿੰਡ, ਉਹ ਪਊਵਿੰਡ ਸਾਹਿਬ ਹੈ, ਉਹ ਪੂਲਾ ਸਾਹਿਬ ਹੈ। ਭਾਈ ਤਾਰੂ ਸਿੰਘ ਜੀ ਦਾ ਸਥਾਨ ਪੂਲਾ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦਾ ਪਊਵਿੰਡ ਸਾਹਿਬ। ਉਹ ਦੋਵੇਂ ਸਥਾਨ ਪਿੰਡਾਂ 'ਚ ਹੋਣ ਕਰਕੇ ਨਾ, ਤੇ ਪਿੰਡਾਂ 'ਚ ਬਹੁਤ ਵਿਚਰਨਾ ਪੈਂਦਾ। ਸੁਣਿਓ ਸੰਗਤ ਜੀ, ਤੁਹਾਡੇ 'ਚ ਵੀ ਇਹ ਗੁਣ ਹੋਣਗੇ, ਪਰ ਕਿਸੇ 'ਚ ਕਮੀ ਹੋਵੇ ਤਾਂ ਵੇਖ ਲਿਓ। ਉਹ ਜਦੋਂ ਦਾਸ ਪਿੰਡਾਂ 'ਚ ਵਿਚਰਦਾ ਨਾ, ਤੇ ਉਹ ਕਈ ਪਰਿਵਾਰਾਂ 'ਚ ਇੰਨਾ ਪਿਆਰ ਹੈ। ਆ ਜਿਹੜੇ ਅੱਜ ਸੁਣਦੇ ਪਏ ਹੋ ਗੱਲ, ਗੁਰੂ ਦੀ ਹਾਜ਼ਰੀ ਪਹਿਲੇ, ਕਈ ਪਿੰਡਾਂ ਦੇ ਪਰਿਵਾਰਾਂ 'ਚ ਇੰਨਾ ਪਿਆਰ ਹੈ। ਨਵੀਂ ਫਸਲ ਆਏਗੀ, ਨਵੀਂ ਫਸਲ ਆਏਗੀ, ਉਹਨੂੰ ਨਵੀਂ ਫਸਲ ਦਾ ਪ੍ਰਸ਼ਾਦਾ ਤਦ ਤੱਕ ਘਰ ਨਹੀਂ ਵਰਤਣਗੇ ਜਦ ਤੱਕ ਪਹਿਲਾ ਪ੍ਰਸ਼ਾਦਾ ਪੱਕ ਕੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਨਾ ਲੱਗ ਜਾਵੇ। ਕੋਈ ਚੀਜ਼ ਆ ਪੈਨ ਹੀ ਹੈ ਨਾ, ਮੇਰੀ ਗੱਲ ਸਮਝਿਓ। ਤੁਸੀਂ ਇਹ ਪੈਨ ਹੀ ਨਵਾਂ ਲਿਆ, ਇਹਨੂੰ ਹੁਣ ਸ਼ੁਰੂ ਕਰਨ ਲੱਗੇ ਹੋ ਨਾ। ਮੈਂ ਪਿਓ ਦੀ ਝੋਰੀ 'ਚ ਕਹਿਣਾ 5 ਪੌੜੀਆਂ ਪੜ੍ਹ ਦਿਓ ਜਪਜੀ ਸਾਹਿਬ ਦੀਆਂ, ਇੰਨਾ ਹੀ ਕਹਿ ਦਿਓ ਸਤਿਗੁਰੂ ਇਹ ਪੈਨ ਨਵਾਂ ਲਿਆ, ਸ਼ੁਰੂ ਕਰਨ ਲੱਗਾ, ਇਹਦੇ ਕੋਲੋਂ ਉਹ ਨਾ ਲਿਖਾਈ ਕਿ ਇਹਦੀ ਲਿਖਤ ਨਾਲ ਕਿਸੇ ਦਾ ਦਿਲ ਟੁੱਟ ਜਾਵੇ, ਇਹਦੇ ਕੋਲੋਂ ਉਹ ਨਾ ਲਿਖਾਈ ਕਿਸੇ ਦੀ ਨਿੰਦਿਆ ਹੋ ਜੇ। ਇਸ ਤਰ੍ਹਾਂ ਪਿਆਰ ਕਰੋ। ਹਰ ਚੀਜ਼, ਕੋਈ ਚੀਜ਼ ਨਵੀਂ ਲਈ, ਪਹਿਲੇ ਕਿਸੇ ਰੂਪ ਵਿੱਚ ਬਾਣੀ ਦੀ ਹਾਜ਼ਰੀ, ਕਿਸੇ ਰੂਪ ਵਿੱਚ ਉਸ ਪਿਆਰੇ ਦੀ ਹਾਜ਼ਰੀ ਕਰਿਓ ਕਿਰਪਾ ਜੀ। ਸਤਿਗੁਰ ਆਗੂ ਜਾਣੀਏ, ਸਤਿਗੁਰ ਆਗੂ ਜਾਣੀਏ। ਬੋਲੋ ਭੈਣੋ, ਸਤਿਗੁਰ। ਇਹ ਅੱਧੀ ਪੰਗਤੀ ਹੈ ਜੀ, ਤੇ ਅਗਲੀ ਅੱਧੀ ਪੰਗਤੀ ਹੈ ਬਾਂਹ ਪਕੜ ਅੰਦਲੇ ਉਧਾਰੇ। ਦੇਖੋ ਕਿੱਡੇ ਵੱਡੇ ਅਰਥ ਨੇ ਕਿ ਤੂੰ ਗੁਰੂ ਨੂੰ ਇੱਕ ਨੰਬਰ ਤੇ ਰੱਖ, ਗੁਰੂ ਦੀ ਹਾਜ਼ਰੀ ਪਹਿਲੇ ਲਾ, ਤੇਰੇ ਕਰਮਾਂ 'ਚ ਕੋਈ ਕਮੀ ਵੀ ਹੋਏਗੀ ਤੇ ਬਾਂਹ ਪਕੜ ਅੰਦਲੇ, ਉਹ ਗੁਰੂ ਤੇਰੀ ਬਾਂਹ ਫੜ ਕੇ ਉਹ ਕਮੀ ਨੂੰ ਦੂਰ ਕਰਕੇ ਉਸ ਚੀਜ਼ ਦਾ ਸੁੱਖ ਬਖਸ਼ੇਗਾ। ਆਖੋ ਸਤਿਨਾਮ। ਇਹ ਸਾਰੀ ਸੰਗਤ ਨੂੰ ਬੇਨਤੀ ਹੈ ਵੀ
ਸਾਖੀ ਦੀ ਆਊਟਪੁੱਟ ਲੈਣੀ। ਉਹਨੇ ਬੇੜਾ ਨਵਾਂ ਬਣਾਇਆ ਤੇ ਕਿਵੇਂ ਸਾਧ ਸੰਗਤ ਜੀ ਸ਼ੁਰੂ ਹੀ ਨਹੀਂ ਕਰ ਰਿਹਾ ਜਦ ਤੱਕ ਬਾਲਾ ਪ੍ਰੀਤਮ ਦੇ ਚਰਨ ਨਾ ਪੈਣ। ਇਹ ਸਾਰੀ ਸੰਗਤ ਜਿੰਨੀ ਬੈਠੀ ਜੇ ਘਰਾਂ 'ਚ ਸੁਣ ਰਹੀ ਜੇ, ਕਿਉਂਕਿ ਪਤਾ ਨਹੀਂ ਬਾਬਾ ਧੰਨਾ ਸਿੰਘ ਜੀ ਗੁੱਸਾ ਨਾ ਕਰ ਲੈਣ, ਸਾਡਾ ਸੁਭਾਅ ਇਹੋ ਜਿਹਾ ਵੀ ਅਸੀਂ ਨਾਲ ਚੈੱਕ ਕਰਦੇ ਹਾਂ ਸੌਦਾ ਵਿਕਿਆ ਕਿ ਨਹੀਂ। ਆਖੋ ਸਤਿਨਾਮ ਵੀ ਸੌਦਾ ਸੰਗਤ ਨੇ ਖਰੀਦਿਆ ਕਿ ਨਹੀਂ। ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ, ਭੈਣਾਂ ਨੂੰ, ਕਿ ਕੋਈ ਬੀਬੀ ਜਾਂ ਵੀਰ ਜਕਾਰਾ ਬੁਲਾਊਗਾ ਤੇ ਸਤਿ ਸ੍ਰੀ ਅਕਾਲ ਉਹ ਬੋਲੇ ਜਿਨਨੇ ਅੱਜ ਤੋਂ ਬਾਅਦ ਮਨ 'ਚ ਪ੍ਰਣ ਕਰ ਲਿਆ ਕਿ ਕੋਈ ਨਵੀਂ ਚੀਜ਼ ਲੈਣੀ ਏ, ਉਹਨੂੰ ਤਦ ਤੱਕ ਨਹੀਂ ਸ਼ੁਰੂ ਕਰਨਾ ਜਦ ਤੱਕ ਪਹਿਲੇ ਭਾਵੇਂ 5 ਪੌੜੀਆਂ, 1 ਪਾਠ ਜਪਜੀ ਸਾਹਿਬ, ਫਰਿੱਜ ਨਵਾਂ ਲਿਆ 11 ਪਾਠ ਜਪਜੀ ਸਾਹਿਬ ਕਰਕੇ ਫਿਰ ਸ਼ੁਰੂ ਕਰਕੇ ਵੇਖੋ, ਉਹ ਚੀਜ਼ਾਂ 'ਚ ਸੁੱਖ ਦਊਗਾ ਗੁਰੂ। ਕੋਈ ਚੀਜ਼ ਤੁਸੀਂ ਨਵੀਂ ਲਈ ਏ ਤੇ ਸਤਿ ਸ੍ਰੀ ਅਕਾਲ ਦੀ ਆਵਾਜ਼ ਤੋਂ, ਕੋਈ ਹੱਥ ਨਹੀਂ ਮੈਂ ਖੜੇ ਕਰਾਉਣੇ, ਸਤਿ ਸ੍ਰੀ ਅਕਾਲ ਦੀ ਆਵਾਜ਼ ਤੋਂ ਪਤਾ ਲੱਗੂਗਾ ਵੀ ਸੌਦਾ ਵਿਕਿਆ ਕਿ ਨਹੀਂ। ਕੋਈ ਜਕਾਰਾ ਬੁਲਾ ਦੇਵੇ ਜੀ, ਕੋਈ ਬੁਲਾ ਦੇਵੇ। ਵਾਹ ਵਾਹ, ਤੁਹਾਡੀ ਸਤਿ ਸ੍ਰੀ ਅਕਾਲ ਤੋਂ ਪਤਾ ਲੱਗਦਾ ਵੀ ਸੌਦਾ ਵਿਕ ਗਿਆ। ਕਿਰਪਾ ਬਾਂਹ ਮੈਂ ਤਾਂ ਨਹੀਂ ਖੜੀ ਸਤਿ ਸ੍ਰੀ ਅਕਾਲ 'ਚ ਗੋਲਮੋਲ ਚੱਲ ਜਾਂਦਾ ਥੋੜਾ ਜਿਹਾ। ਤੇ ਸੰਗਤ ਜੀ, ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਬਾਲੇ, ਉਹ ਵੀ ਦੀਵਾਨ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ। ਬਹੁਤ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਮਹਾਂਪੁਰਸ਼ਾਂ ਦੇ ਬਚਨਾਂ ਦਾ ਵੀ ਆਨੰਦ ਮਾਣਨਾ। ਇਹ ਜਿੰਨੀਆਂ ਸੰਗਤਾਂ ਬੈਠੀਆਂ ਜੇ, ਅੱਜ ਦੇ ਵੀ ਸਾਰੇ ਪ੍ਰੋਗਰਾਮ ਭੁੱਚੋ ਸਾਹਿਬ ਚੈਨਲ ਤੋਂ ਵੀ ਲਾਈਵ ਆ ਰਹੇ ਆ ਤੇ ਹੋਰ ਕਈ ਚੈਨਲ ਫਤਿਹ ਵਾਲੇ ਰਿਕਾਰਡਿੰਗ ਕਰ ਰਹੇ, ਫਤਿਹ ਵਾਲੇ ਹਾਂ ਉਹ ਵੀ ਲਾਉਣਗੇ ਬਾਅਦ ਵਿੱਚ। ਆਓ ਜਿੰਨੀਆਂ ਸੰਗਤਾਂ ਬੈਠੀਆਂ ਜੇ ਪਿਆਰ ਦੇ ਵਿੱਚ, ਜਿੰਨਾ ਚਿਰ ਮਹਾਂਪੁਰਸ਼ ਸਟੇਜ ਤੇ ਪਹੁੰਚ ਰਹੇ, ਸਾਰੇ ਕਿਰਪਾ ਕਰਿਓ ਜੀ। ਮਨ ਵਿੱਚ ਸਤਿਗੁਰ ਕੇ ਪਾਸ, 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 ਇਸ ਸੇਵਕ ਕੇ ਕਾਰਜ ਰਾਸ, ਜਿਸ ਸੇਵਕ ਕੇ ਕਾਰਜ ਰਾਸ, ਹਾਂਜੀ ਮਨ ਵਿੱਚ ਸਤਿਗੁਰ ਕੇ ਪਾਸ, ਮਨ ਵਿੱਚ ਸਤਿਗੁਰ ਕੇ ਪਾਸ, ਹਾਂਜੀ ਤਿਸ ਸੇਵਕ ਕੇ ਕਾਰਜ ਰਾਸ। ਜਿਸ ਸੇਵਕ ਕੇ ਕਾਰਜ ਰਾਸ। ਸਾਡੇ ਪਿਤਾ ਬਾਲਾ ਪ੍ਰੀਤਮ 2-3 ਮਿੰਟ 'ਚ ਹੁਣ ਸਾਖੀ ਪੂਰੀ, ਫਿਰ ਬਾਬਾ ਜੀ ਨੇ ਦਰਸ਼ਨ ਕਰਨੇ ਜੀ। ਬਾਲਾ ਪ੍ਰੀਤਮ ਜੀ ਨੇ ਸਮਾਂ ਦੇਤਾ ਜੀ, ਬੇੜੇ 'ਚ ਵਿਛਾਈ ਹੋਈ, ਜਰਾ ਕਰੋ ਦਿਦਾਰੇ, ਪਟਨਾ ਸਾਹਿਬ ਲੈ ਜਾਓ ਫਿਰ। ਬਾਲਾ ਪ੍ਰੀਤਮ ਬੈਠੇ, ਉਹ ਸ਼ਾਹੂਕਾਰ ਦੀ ਵਹੁਟੀ ਬੈਠੀ, ਇੱਕ ਅੱਧਾ ਨੌਕਰ ਬੈਠਾ, ਸ਼ਾਹੂਕਾਰ ਆਪ ਬੈਠਾ, ਸੰਗਲੀ ਖੋਲੀ, ਚੱਪੂ ਲਾਇਆ, ਬੇੜਾ ਗੰਗਾ ਵਿੱਚ ਕਰ ਦਿੱਤਾ, ਬਹਾ ਦਿੱਤਾ। ਹੁਣ ਜਰਾ ਕਰਿਓ ਦਿਦਾਰੇ। 2-4 ਮਿੰਟ ਬਾਅਦ ਗੰਗਾ 'ਚ ਤੂਫਾਨ ਆ ਗਿਆ। ਆਖੋ ਸਤਿਨਾਮ। ਬੇੜਾ ਕਦੀ ਇੰਜ ਡੋਲੇ, ਕਦੀ ਇੰਜ ਡੋਲੇ। 5-7 ਮਿੰਟ ਜਦੋਂ ਬੇੜਾ ਡੋਲਿਆ ਤੇ ਸ਼ਾਹੂਕਾਰ ਦੀ ਵਹੁਟੀ ਕਹਿੰਦੀ ਮੈਂ ਘਬਰਾ ਗਈ ਆ, ਹੁਣੇ ਡੁੱਬੇ ਕਿ ਡੁੱਬੇ, ਕੁਝ ਕਰੋ, ਕੁਝ ਕਰੋ। ਘਰ ਵਾਲੇ ਨੂੰ ਕਹਿੰਦੀ ਸ਼ਾਹੂਕਾਰ, ਅੱਗੋਂ ਕਹਿਣ ਲੱਗੀ ਵੀ ਮੈਂ ਘਬਰਾ ਗਈ ਆ, ਤੁਸੀਂ ਸਹਿਜ 'ਚ ਬੈਠੇ ਹੋ ਤੇ ਜਰਾ ਹੁਣ ਦਰਸ਼ਨ ਕਰਿਓ ਭਾਵਨਾ ਦੇ। ਉਹ ਸ਼ਾਹੂਕਾਰ ਅੱਗੋਂ ਆਪਣੀ ਵਹੁਟੀ ਨੂੰ ਕੀ ਕਹਿੰਦਾ, ਕਹਿੰਦਾ ਭਾਗਾਂ ਵਾਲੀਏ, ਮੈਂ ਸਹਿਜ ਵਿੱਚ ਤਾਂ ਬੈਠਾ, ਗੰਗਾ ਜਿਹਦੇ ਹੁਕਮ 'ਚ ਉਹ ਮੇਰੇ ਬੇੜੇ 'ਚ ਹੀ ਬੈਠਾ। ਆਖੋ ਸਤਿਨਾਮ। ਭੈ ਵਿੱਚ ਚੱਲੇ ਲੱਖ ਦਰਿਆਓ। ਉਹ ਘਰ ਵਾਲੀ ਤੇਜ਼ ਸੀ,
ਕਹਿੰਦੀ ਜੇ ਬਾਲਾ ਪ੍ਰੀਤਮ ਦੇ ਹੁਕਮ 'ਚ ਫਿਰ ਉਹਨਾਂ ਨੂੰ ਕਹੋ ਵੀ ਬੇੜਾ ਡੋਲਦਾ ਪਿਆ ਗੰਗਾ 'ਚ। ਪਾਣੀ ਦਾ ਤੂਫਾਨ ਬੜਾ ਮਾੜਾ ਹੁੰਦਾ ਜੀ, ਗੰਗਾ 'ਚ ਤੂਫਾਨ ਆ ਗਿਆ ਤੇ ਬੇੜਾ ਡੋਲਦਾ ਪਿਆ, ਫਿਰ ਉਹਨਾਂ ਨੂੰ ਕਹੋ ਕੁਝ ਕਰੋ। ਤੇ ਸੰਗਤ ਜੀ ਭਾਵਨਾ ਦੇ ਦਰਸ਼ਨ ਕਰਿਓ, ਜਿਹੜੀ ਨਾਨਕਸਰ ਦੀ ਟਕਸਾਲ ਭਾਵਨਾ ਵੰਡਦੀ। ਆਖੋ ਸਤਿਨਾਮ। ਭਾਵਨਾ ਦਾ ਕਾਲ ਏ ਇਹ, ਭਾਵਨਾ ਵੰਡਦੀ ਹੈ ਟਕਸਾਲ। ਭਾਵਨਾ ਹੀ ਸਭ ਕੁਝ। ਤੇ ਮੈਂ ਹੈਰਾਨ ਰਹਿ ਗਿਆ ਜੀ, 5-7 ਮਿੰਟ ਮੈਂ ਇਹ ਪੰਨੇ ਪੜ੍ਹ ਕੇ ਸਿਰ ਫੜ ਕੇ ਬਹਿ ਗਿਆ। ਉਹ ਸ਼ਾਹੂਕਾਰ ਦੀ ਘਰਵਾਲੀ ਕਹਿੰਦੀ ਵੀ ਫਿਰ ਬਾਲਾ ਪ੍ਰੀਤਮ ਜੀ ਨੂੰ ਕਹੋ ਵੀ ਕੁਝ ਕਰਨ, ਫਿਰ ਬੇੜਾ ਕਦੀ ਇੰਝ ਡੋਲੇ ਕਦੀ ਇੰਝ। ਹੁਣ ਉਹਨੇ ਇਹ ਨਹੀਂ ਕਿਹਾ ਕਿ ਮਹਾਰਾਜ ਘਰਵਾਲੀ ਡੋਲ ਗਈ ਹੈ ਤੇ ਕੁਝ ਕਰੋ। ਜੋ ਉਹਨੇ ਕਿਹਾ ਸੁਣਿਓ। ਉਹ ਸ਼ਾਹੂਕਾਰ ਘਰਵਾਲੀ ਨੂੰ, ਸ਼ਾਹੂਕਾਰ ਬਾਲਾ ਪ੍ਰੀਤਮ ਜੀ ਨੂੰ ਕੀ ਕਹਿੰਦਾ ਹੱਥ ਜੋੜ ਕੇ? ਕਹਿੰਦਾ ਸਤਿਗੁਰੂ ਜੀ ਇੱਕ ਬੇਨਤੀ ਹੈ। ਸਾਡੇ ਬਾਲਾ ਪ੍ਰੀਤਮ ਪਟਨਾ ਸਾਹਿਬ ਬੇੜੇ 'ਚ ਬੈਠੇ ਆ, ਕਹਿੰਦੇ ਦੱਸੋ। ਤੇ ਉਹ ਸ਼ਾਹੂਕਾਰ ਕਹਿੰਦਾ ਮਹਾਰਾਜ ਬੇਨਤੀ ਆ ਏ, ਤੁਸੀਂ ਪੌੜੀ ਤੋਂ ਉਤਰਿਓ ਤੇ ਸਿੱਧਾ ਮੇਰੇ ਬੇੜੇ 'ਚ ਬਹਿ ਗਏ ਹੋ। ਜਰਾ ਸੁਣਿਓ ਭਾਵਨਾ। ਤੁਸੀਂ ਪੌੜੀ ਤੋਂ ਉਤਰਿਓ ਤੇ ਸਿੱਧਾ ਮੇਰੇ ਬੇੜੇ 'ਚ ਬਹਿ ਗਏ ਹੋ। ਇਹ ਗੰਗਾ ਨੂੰ ਤੁਹਾਡੇ ਚਰਨ ਮਿਲੇ ਨਹੀਂ, ਇਹ ਤਾਂ ਢਾਉਂਦੀ ਪਈ ਏ। ਕਿਰਪਾ ਕਰੋ ਆਪਣੇ ਚਰਨ ਦੀ ਹਾਜ਼ਰੀ ਇਹਨੂੰ ਵੀ ਦੇ ਦਿਓ, ਸ਼ਾਂਤ ਹੋ ਜਾਵੇ। ਆਖੋ ਸਤਿਨਾਮ। ਕੈਸੀ ਭਾਵਨਾ। ਇਤਿਹਾਸ ਹੈ ਸਾਡੇ ਤੁਹਾਡੇ ਬਾਲਾ ਪ੍ਰੀਤਮ ਉੱਠੇ, ਐ ਸੱਜਾ ਚਰਨ ਚੱਕ ਕੇ ਗੰਗਾ ਤੇ ਰੱਖਿਆ ਤੇ ਗੰਗਾ ਸ਼ਾਂਤ ਹੋ ਗਈ। ਆਖੋ ਸਤਿਨਾਮ। 1-2 ਮਿੰਟ 'ਚ ਸਮਾਪਤੀ ਕਰਨ ਲੱਗੇ ਆ। ਉਹ ਸ਼ਾਹੂਕਾਰ ਦੀ ਵਹੁਟੀ ਨੇ ਜਦੋਂ ਅੱਖਾਂ ਨਾਲ ਵੇਖਿਆ ਬਾਲਾ ਪ੍ਰੀਤਮ ਨੇ ਚਰਨ ਰੱਖਿਆ, ਗੰਗਾ ਸ਼ਾਂਤ, ਇਹ ਤੇ ਪੂਰੇ ਹੈ, ਇਹ ਤੇ ਪੂਰੇ ਹੈ। ਘਰ ਜਾ ਕੇ ਕਹਿੰਦੀ ਹੈ ਆਪਣੇ ਘਰ ਵਾਲੇ ਨੂੰ, ਇਹ ਬਾਲਾ ਪ੍ਰੀਤਮ ਦੇ ਪੂਰੇ ਹੈ, ਗੰਗਾ ਦੇ ਚਰਨ ਰੱਖਿਆ ਤੇ ਸ਼ਾਂਤ ਹੋ ਗਈ। ਉਹ ਕਹਿੰਦਾ ਮੈਂ ਤੇ ਅੱਗੇ ਹੀ ਕਹਿਣਾ ਸੀ ਪੂਰੇ, ਤੇਰੀ ਭਾਵਨਾ ਨਹੀਂ। ਤੇ ਨਾਲ ਹੀ ਸ਼ਾਹੂਕਾਰ ਦੀ ਵਹੁਟੀ ਕਹਿੰਦੀ 8 ਸਾਲ ਹੋ ਗਏ ਸਾਡੇ ਬੇਟੇ ਦੇ ਵਿਆਹ ਹੋਇਆ, ਨੂੰਹ ਆਇਆ, ਇਹਦੇ ਔਲਾਦ ਨਹੀਂ, ਆਪਾਂ ਬੇਨਤੀ ਨਾ ਕਰੀਏ ਬਾਲਾ ਪ੍ਰੀਤਮ। ਉਹ ਕਹਿੰਦਾ ਕੱਲ ਹੀ ਕਰ ਲੈਨੇ ਆ। ਹੁਣ ਅਖੀਰਲਾ ਸੀਨ ਸੁਣਿਓ ਤੇ ਸਮਾਪਤੀ ਜੇ। ਇਸ ਤਰ੍ਹਾਂ ਹੀ ਦੀਵਾਨ ਲੱਗਾ। ਅੱਜ ਮੈਂ ਸੰਗਤਾਂ ਬੈਠੀਆਂ ਤੇ ਉਸੇ ਦੀਵਾਨ 'ਚ ਬੈਠੇ ਆ ਸ਼ਾਹੂਕਾਰ, ਉਹਦੀ ਵਹੁਟੀ, ਉਹਦੀ ਨੂੰਹ, ਪੁੱਤਰ, ਪਰਿਵਾਰ, ਤੇ ਉਹ ਉਡੀਕਦੇ ਪਏ ਬਾਲਾ ਪ੍ਰੀਤਮ। ਤੇ ਭਾਈ ਵੀਰ ਸਿੰਘ ਨੇ ਲਿਖਿਆ ਜਿਵੇਂ ਰਸਤਾ ਨਾ ਖਾਲੀ। ਇਸ ਤਰ੍ਹਾਂ ਬਾਲਾ ਪ੍ਰੀਤਮ ਅੰਦਰ ਆਏ ਆ। ਪੌਣੇ 5 ਸਾਲ ਉਮਰ। ਬੀਬੀਓ ਵੀਰੋ ਦਰਸ਼ਨ ਕਰੋ ਬਾਲਾ ਪ੍ਰੀਤਮ ਅੱਜ ਪਟਨੇ ਦੀ ਧਰਤੀ ਦੇ ਦਰਸ਼ਨ ਕਰ ਰਹੇ ਹੋ 350 ਸਾਲ ਨਾਲ, ਜਿਹੜੀ ਬਾਬਾ ਈਸ਼ਰ ਸਿੰਘ ਜੀ ਨੇ ਇਸ਼ਕ ਵਿੱਚ ਸਾਰੀ ਜ਼ਿੰਦਗੀ ਕਲਗੀਧਰ ਨਾਲ ਜੋੜਿਆ। ਪੌਣੇ 5 ਸਾਲ ਉਮਰ ਤੇ ਨਿੱਕੀ ਜੀ ਕਮਾਨ ਮੋਢੇ ਤੇ ਹੱਥ 'ਚ ਨਿੱਕੇ ਤੀਰ। ਤੇ ਭਾਈ ਵੀਰ ਸਿੰਘ ਨੇ ਲਿਖਿਆ ਛੋਟੀ 100 ਮੁੰਡੇ ਛੋਟੀ ਦੀ ਫੌਜ ਨਾਲ। ਆਖੋ ਸਤਿਨਾਮ। ਛੋਟੇ ਮੁੰਡਿਆਂ ਦੀ 100 ਮੁੰਡਿਆਂ ਦੀ ਫੌਜ ਨਾਲ ਅੰਦਰ ਐਂਟਰ ਹੋਏ। ਤੇ ਹੁਣੇ ਪ੍ਰਕਰਨ ਲੰਬਾ, ਸਿਰਫ 1 ਮਿੰਟ 'ਚ ਸਮਾਪਤੀ ਕਰਨ ਲੱਗੇ ਆ। ਉਹ ਜਦੋਂ ਐਂਟਰ ਹੋਏ ਅੰਦਰ ਤੇ ਸ਼ਾਹੂਕਾਰ ਦੀ ਵਹੁਟੀ ਨੇ ਬੇਨਤੀ ਕੀਤੀ ਬਾਲਾ ਪ੍ਰੀਤਮ ਜੀ ਨੂੰ, ਕਹਿੰਦੀ ਮਹਾਰਾਜ ਮੇਰੀ ਨੂੰਹ ਹੈ, 8 ਸਾਲ ਹੋ ਗਏ ਇਹਦੀ ਔਲਾਦ ਨਹੀਂ, 8 ਸਾਲ ਹੋ ਗਏ ਔਲਾਦ ਨਹੀਂ, ਮੇਰੀ ਨੂੰਹ ਹੈ। ਤੇ ਜਰਾ ਸੀਨ ਵੇਖਿਓ ਜਿਹੜਾ ਰਾਈਟਰਾਂ ਨੇ ਲਿਖਿਆ, ਮਹਾਕਵੀ ਭਾਈ ਸੰਤੋਖ ਸਿੰਘ, ਸੂਰਜ ਪ੍ਰਕਾਸ਼, ਗਿਆਨੀ ਗਿਆਨ ਸਿੰਘ, ਭਾਈ ਵੀਰ ਸਿੰਘ, ਆ ਮੇਰੇ ਹੱਥਾਂ ਨਾਲ ਵੇਖਿਓ ਜੀ, ਉਹਨਾਂ ਨੇ ਇੰਜ ਪੂਰਾ ਸੀਨ ਖਿੱਚਿਆ। ਉਹ ਕਹਿੰਦੀ ਮਹਾਰਾਜ ਮੇਰੀ ਨੂੰਹ ਹੈ, 8 ਸਾਲ ਹੋ ਗਏ ਔਲਾਦ ਨਹੀਂ। ਤੇ ਬਾਲਾ ਪ੍ਰੀਤਮ ਹੈ ਦੋਵੇਂ ਹੱਥ ਨਾਲ ਜੀ ਇਹ ਇੰਜ ਕਰਕੇ ਨਾ, ਇੰਜ ਕਰਕੇ ਬੜੀ ਤੋਤਲੀ ਜ਼ਬਾਨ 'ਚ ਕਹਿੰਦੇ, ਐਂ ਹੱਥ ਕਰਕੇ ਕਹਿੰਦੇ ਮੈਨੂੰ ਕੀ ਪਤਾ। ਆਖੋ ਸਤਿਨਾਮ। ਮੈਨੂੰ ਕੀ ਪਤਾ। ਉਹ ਛਿੱਥੀ ਜੀ ਪੈ ਗਈ। ਉਹਨੇ ਦੂਜੀ ਵਾਰੀ ਕਿਹਾ ਮਹਾਰਾਜ ਮੇਰੀ ਨੂੰਹ ਹੈ, 8 ਸਾਲ ਹੋ ਗਏ ਔਲਾਦ ਨਹੀਂ। ਤੇ ਬਾਲਾ ਪ੍ਰੀਤਮ ਦੂਜੀ ਵਾਰੀ ਕਹਿੰਦੇ ਸਾਰੀ ਦੁਨੀਆ ਕਰਮਾਂ ਨੂੰ ਭੋਗਦੀ ਏ, ਮੈਨੂੰ ਕੀ ਪਤਾ। ਉਹਨੇ ਤੀਜੀ ਵਾਰੀ ਕਿਹਾ ਮਹਾਰਾਜ ਮੇਰੀ ਨੂੰਹ ਹੈ, 8 ਸਾਲ ਹੋ ਗਏ ਇਹਦੇ ਔਲਾਦ ਨਹੀਂ। ਤੇ ਬਾਲਾ ਪ੍ਰੀਤਮ ਤੀਜੀ ਵਾਰੀ ਵੀ ਕਹਿੰਦੇ ਸਾਰੀ ਦੁਨੀਆ ਕਰਮਾਂ ਨੂੰ ਭੋਗਦੀ ਏ, ਮੈਨੂੰ ਕੀ ਪਤਾ। ਕਹਿੰਦੇ ਉਹ ਸ਼ਾਹੂਕਾਰ ਦੀ ਵਹੁਟੀ ਨੇ ਵੇਖਿਆ 3 ਵਾਰੀ ਫੈਲ ਲਾਈ, ਵਾਪਸ ਆ ਗਈ। ਆਖੋ ਸਤਿਨਾਮ। ਫੈਲ ਲੱਗੀ ਨਹੀਂ ਅੱਗੇ। ਆ ਗੁਣ ਲਿਓ, ਸੋਚਦੀ 4ਥੀ ਵਾਰੀ ਫੈਲ ਕਿਵੇਂ ਲਾਵਾਂ ਵਾਪਸ ਨਾ ਆਵੇ। ਤੇ ਫੈਲ ਕਿਵੇਂ ਲਾਈ 4ਥੀ ਵਾਰੀ? ਇੱਕ ਵਾਰੀ ਨਾ ਲਓ, ਧੰਨ ਮਾਤਾ ਗੁਜਰੀ ਜੀ ਨੂੰ ਵਿਚੋਲਾ ਬਣਾ ਲਿਆ। ਹਾਏ ਹਾਏ ਗੱਜ ਕੇ ਆਖੋ ਸਤਿਨਾਮ। ਮਾਤਾ ਜੀ ਬੈਠੇ ਤੇ ਮਾਤਾ ਜੀ ਨਾਲ ਗੋਡਾ ਫੜ ਲਿਆ। ਉਹ ਸ਼ਾਹੂਕਾਰ ਦੀ
ਕਹਿੰਦੀ ਮਾਤਾ ਜੀ ਮੈਂ 3 ਵਾਰੀ ਫੈਲ ਲਾਈ ਵਾਪਸ ਆ ਗਈ, ਹੁਣ ਚੌਥੀ ਵਾਰੀ ਤੁਸੀਂ ਲਾ ਦਿਓ। ਆਖੋ ਸਤਿਨਾਮ। ਮਾਤਾ ਜੀ ਤਰਸ ਦੇ ਘਰ ਜਾ ਕੇ ਉਹਨਾਂ ਲਾਤੀ। ਕਹਿੰਦੇ ਬੇਟਾ ਕਰ ਦਿਓ ਨਾ ਕਿਰਪਾ, ਬੇਟਾ ਕਰ ਦਿਓ ਨਾ ਕਿਰਪਾ, ਇਹਨਾਂ ਦੀ ਨੂੰਹ ਹੈ 8 ਸਾਲ ਹੋ ਗਏ ਔਲਾਦ ਨਹੀਂ। ਹੁਣ ਉਹ ਜਿਹੜਾ ਸੀਨ ਸੁਣਿਓ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਕਤੀਆਂ ਜਿਹੜੀਆਂ ਮਾਤਾ ਗੁਜਰੀ ਜੀ ਨੇ ਬੋਲੀਆਂ। ਉਸ ਸਮੇਂ ਕਿਹਾ ਦਵੈ ਕਰ ਜੋੜ ਕਰੀ ਬੇਨੰਤੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਦਵੈ ਕਰ ਗਾ ਵੀ ਦੋਵੇਂ ਹੱਥ ਜੋੜ ਕੇ, ਦਵੈ ਕਰ ਜੋੜ ਕਰੀ ਬੇਨੰਤੀ ਸ਼ਰਨਾਗਤ ਆਪ ਕੀ ਇਹ ਸਭ ਆਈ। ਇਹ ਮਾਤਾ ਗੁਜਰੀ ਜੀ ਕਹਿ ਰਹੇ ਆ ਬੇਟਾ ਇਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਤੇਰੀ ਸ਼ਰਨ ਆਏ ਹੈ। ਦਵੈ ਕਰ ਜੋੜ ਕਰੀ ਬੇਨੰਤੀ ਸ਼ਰਨਾਗਤ ਆਪ ਕੀ ਇਹ ਸਭ ਆਈ। आगे बिठाए बधू को कहो, बधू बहू आगे बिठाए बधू को कहो, उपजे इसके सुत उपजे होवे सुत पुत्र। हुण जिन्नी संगत बैठी जे अगले लफज सुनियो ते तुसी भी फिर बाबा ईश्वर सिंह जी वर्गी भावना बनायो बाजां वाले ते। माता गुजरी दी किड्डी तकड़ी भावना, मैं हैरान रह गया। माता जी ने की कहता बाजां वाले नूं, पौने 5 साल उम्र तवे कर जोड़ करी बेनती शरनागत आपकी ये सब आई। आगे बिठाए बधू को कहो, उपजे इसके सुत। अगली पंक्ति सुनियो जी, उपजे इसके सुत देहो अलाई। अलाई हुंदा मूंह चों ला दे। बेटा तू कहना सारी दुनिया कर्मां नूं भोगदी, मैनू की पता। ओ बेटा तू मूंह चों एक बारी अला दे, कर्म आपे ही भज जाणगे। किड्डी तगड़ी। तो संगत जी जदों ये गल कही ते फिर बाला प्रीतम खड़े हो गए ते जेड़ी गल बाला प्रीतम जी ने कही वो कहन लगे, माता तू विचोली पै गई है। बेटा हुण कोल बैठी सां पैना पै गया। ते बाला प्रीतम ने एडी डूंगी गल कही, मेरे कन्नां नूं हथ लग गए। तुहानूं मान दिता, महापुरुषां नूं मान दिता। कहंदे माता, बाला प्रीतम कहंदे माता जी नूं, माता जे इन्हां पुत्तर लैणा साडी भी शरत है। पौने 5 साल उम्र च खड़े हो के कहंदे साडी भी शरत। माता गुजरी कहंदे की शरत है? कहंदे माता जेड़ा इन्हां दा सब तो वधिया बेड़ा है वो संगतां दी सेवा च ला देण, संगत दी कृपा सदका पुत्तर भी हो जाएगा। गज के आखो सतनाम। जो नवका इनकी अत उत्तम, इस श्री गुरप्रताप सूरज ग्रंथ दी पंक्ति है। नवका कहंदे बेड़ी नूं, जो नवका इनकी अत उत्तम सो लेहो आप पिखो मुदमानी। रावर के सब दीने पदार्थ होए सकारत यूं हम जानी। जदों आ बाजां वाले ने वेखो संगत नूं मान दिता कि सब तो वधिया बेड़ा संगत की सेवा च ला देण, संगत की सीस का पुत्र हो जाऊ। ते ओ शाहूकार दी वोटी ने 1 मिनट नहीं लाया, कहंदी माता जी मंजूर, बाकी बेड़े इत्थे रह जाने, जेड़ा बेड़ा संगत दे सेवा च लग गया वो दरगाही बन जाना, मानू मंजूर। ते कलगियां वाले ने 5 पुत्रां दी दात झोली च पाई। आखो सतनाम। आओ जी दास बेनती करेगा बाबा सुखदेव सिंह जी नूं, उन्हां नूं बेनती दो हाथ जोड़ बाबा जी नूं, बाबा जी स्टेज ते आउण। अगला समा बाबा जी आप सारियां आप जी दे नाल सारी गुरमत विचारां दी सांझ पाउणगे। बहुत प्यार दे नाल दिन रात सतगुरु गुरु गोबिंद सिंह जी महाराज अपना सिर ते हथ रख के सेवा लै रहे ने। चढ़दी कला बख्शण, मेहर करन। जिन्ना चिर बाबा स्टेज ते आ रहे बस आप पंक्ति बोल लो। ते बाबा नंद सिंह बाबा ईश्वर सिंह जी दे घर दी पढ़ाई। गुर मेरी पूजा गुर गोबिंद, गुर मेरी पूजा हाँ जी गुर गोबिंद, गुर मेरी पूजा गुर गोबिंद, गुर मेरी पूजा गुर गोबिंद, गोबिंद। बाबा जी मेहर करन। बाबा ईश्वर सिंह जी महापुरुषां दी बरसी ते साडी कलगीधर दे चरनां नाल सांझ पै जे। मन क्यों बैराग करेगा सतगुरु मेरा पूरा। हुण बाबा सुखदेव सिंह जी आप जी नूं, बाबा धन्ना सिंह जी आप जी नाल सांझ कर रहे ने। भुलां बख्श लैणियां, सीसां देणियां। फतेह।